ਗੱਲ ਪੁਰਾਣੇ ਭਾਈਵਾਲਾਂ ਦੀ ਜਿਨ੍ਹਾਂ ਦੀ ਮੁੜ ਇੱਕ ਫਰੇਮ 'ਚ ਫਿੱਟ ਹੋਣ ਦੀ ਸੰਭਾਵਨਾ ਘੱਟ ਹੀ ਨਜ਼ਰ ਆ ਰਹੀ ਹੈ। ਬੀਜੇਪੀ ਪਾਰਲੀਮੈਂਟਰੀ ਬੋਰਡ ਦੇ ਮੈਂਬਰ ਨੇ ਗਠਜੋੜ ਨੂੰ ਲੈ ਕੇ ਨਿਊਜ਼ 18 ਤੇ ਵੱਡਾ ਬਿਆਨ ਦਿੱਤਾ। ਲਾਲਪੁਰਾ ਦਾ ਅਕਾਲੀ ਦਲ ਨਾਲ ਤਾਂ ਪਿਆਰ ਨਜ਼ਰ ਆ ਰਿਹਾ ਹੈ, ਪਰ ਬਾਦਲ ਪਰਿਵਾਰ ਤੋਂ ਬੀਜੇਪੀ ਪਰਹੇਜ਼ ਕਰ ਰਹੀ ਹੈ। ਕਿਸਾਨੀ ਅੰਦੋਲਨ ਦੇ ਦੌਰਾਨ 9 ਮਾਰਚ ਦਾ ਰਿਸ਼ਤਾ ਟੁੱਟਿਆ ਤੇ ਫਿਰ ਇਸ ਗੱਠਜੋੜ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਹੋਈਆਂ, ਪਰ ਹੁਣ ਸਾਫ਼ ਲੱਗ ਰਿਹਾ ਕਿ ਅਕਾਲੀ ਦਲ ਤੇ ਭਾਜਪਾ ਦੋਵੇਂ ਪਾਰਟੀਆਂ ਇੱਕ ਫਰੇਮ ਦੇ ਵਿੱਚ ਫਿੱਟ ਨਹੀਂ ਹੋਣਗੀਆਂ, ਕਿਉਂਕਿ ਇਸੇ ਗੱਠਜੋੜ ਤੇ ਵੱਡਾ ਬਿਆਨ ਬੀਜੇਪੀ ਪਾਰਲੀਮੈਂਟਰੀ ਬੋਰਡ ਦੇ ਮੈਂਬਰ ਨੇ ਦਿੱਤਾ ਹੈ। ਨਿਊਜ਼ 18 ਪੰਜਾਬ ਵੱਲੋਂ ਇਕਬਾਲ ਸਿੰਘ ਲਾਲਪੁਰਾ ਦੇ ਨਾਲ ਖਾਸ ਗੱਲਬਾਤ ਕੀਤੀ ਗਈ ਤੇ ਜਦੋਂ ਸਵਾਲ ਗੱਠਜੋੜ ਨੂੰ ਲੈ ਕੇ ਹੋਇਆ ਤਾਂ ਲਾਲਪੁਰਾ ਨੇ ਸਿੱਧਾ ਅਕਾਲੀ ਦਲ ਨੂੰ ਨਿਸ਼ਾਨੇ ਤੇ ਲੈਂਦਿਆਂ ਇੱਥੋਂ ਤੱਕ ਕਹਿ ਦਿੱਤਾ ਕਿ ਭਾਈਚਾਰੇ ਨੂੰ ਸੱਟ ਮਾਰਨ ਵਾਲਿਆਂ ਦੇ ਨਾਲ ਨਹੀਂ ਜਾਵਾਂਗੇ। ਇਸ ਤਰ੍ਹਾਂ ਦਾ ਬਾਦਲ ਪਰਿਵਾਰ ਨੂੰ ਅਸੀਂ 25 ਸਾਲ ਦਿੱਤੇ ਆ ਕਿ ਉਹ ਬਹੁਤਾ ਕੁਝ ਲੋਕਾਂ 'ਚ ਲੈ ਕੇ ਜਾ ਨਹੀਂ ਸਕੇ ਤੇ ਸਮਾਜ ਪੰਜਾਬ ਤਰੱਕੀ ਚਾਹੁੰਦਾ ਹੈ, ਪੰਜਾਬ ਖੁਸ਼ਹਾਲੀ ਚਾਹੁੰਦਾ ਹੈ, ਪੰਜਾਬ ਅਮਨ ਚਾਹੁੰਦਾ ਹੈ, ਪੰਜਾਬ ਆਪਸੀ ਭਾਈਚਾਰਾ ਚਾਹੁੰਦਾ ਹੈ ਤੇ ਜਿਹੜਾ ਇਹਨੂੰ ਸੱਟ ਮਾਰਦਾ ਜਾਂ ਇਸ ਪਾਸੇ ਯਤਨ ਕਰਦਾ ਅਸੀਂ ਉਹਦੇ ਤੇ ਇੱਕ ਪੈਰ ਪਿੱਛੇ ਹੀ ਰੱਖਦੇ ਹਾਂ ਤੇ ਸਾਡੀ ਦੋਸਤੀ ਤਾਂ ਅਮਨ ਪਸੰਦ ਲੋਕਾਂ ਨਾਲ ਹੋ ਸਕਦੀ ਹੈ। ਲਾਲਪੁਰਾ ਇਸ ਤੋਂ ਵੀ ਇੱਕ ਕਦਮ ਅੱਗੇ ਵਧੇ ਤੇ ਇਲਜ਼ਾਮ ਇੱਥੋਂ ਤੱਕ ਲਗਾ ਦਿੱਤੇ ਕਿ ਜਦੋਂ ਪਾਰਟੀ ਮੈਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਬਣਾਉਣਾ ਚਾਹੁੰਦੀ ਸੀ ਤਾਂ ਅਕਾਲੀ ਦਲ ਨੇ ਇਸ ਦਾ ਵਿਰੋਧ ਕੀਤਾ ਸੀ। ਮੈਨੂੰ ਪਤਾ ਹੈ ਕਿ ਜਦੋਂ ਮੈਨੂੰ ਬੀਜੇਪੀ ਦਾ ਪ੍ਰੈਜ਼ੀਡੈਂਟ ਬਣਾਉਣ ਲੱਗੇ ਸੀ ਤੇ ਅਕਾਲੀ ਲੀਡਰਸ਼ਿਪ ਨੇ ਆਖਿਆ ਸੀ ਕਿ ਜੇ ਭਾਰਤੀ ਜਨਤਾ ਪਾਰਟੀ ਦਾ ਪ੍ਰਧਾਨ ਵੀ ਸਿੱਖ ਹੋਏਗਾ ਤੇ ਅਸੀਂ ਸਾਡੇ ਨਾਲ ਤੁਹਾਡਾ ਰਹਿਣਾ ਮੁਸ਼ਕਲ ਹੋ ਜਾਏਗਾ। ਜਦੋਂ ਭਾਜਪਾ ਦਾ ਵੱਡਾ ਚਿਹਰਾ ਅਕਾਲੀ ਦਲ ਤੇ ਸਿੱਧਾ ਨਿਸ਼ਾਨਾ ਸਾਧੇ ਬੀਜੇਪੀ ਪਾਰਲੀਮੈਂਟਰੀ ਬੋਰਡ ਦਾ ਮੈਂਬਰ ਗੱਠਜੋੜ ਦੀਆਂ ਸੰਭਾਵਨਾਵਾਂ ਨੂੰ ਪੂਰੀ ਤਰ੍ਹਾਂ ਰੱਦ ਕਰੇ ਤਾਂ ਇਸ ਬਿਆਨ ਨੂੰ ਹਲਕੇ 'ਚ ਨਹੀਂ ਲਿਆ ਜਾ ਸਕਦਾ ਤੇ ਤਸਵੀਰ ਸਾਫ਼ ਨਜ਼ਰ ਆਉਂਦੀ ਹੈ ਕਿ ਹੁਣ ਪੁਰਾਣੇ ਭਾਈਵਾਲਾਂ ਦੇ ਰਾਹ ਵੱਖ-ਵੱਖ ਹੋ ਚੁੱਕੇ ਨੇ। ਬਿਊਰੋ ਰਿਪੋਰਟ ਨਿਊਜ਼ 18 ਪੰਜਾਬ। ਹੁਣ ਗੱਲ ਕਰਾਂਗੇ ਮਾਈਨੋਰਟੀ ਕਮਿਸ਼ਨ ਦੇ ਚੇਅਰਪਰਸਨ ਇਕਬਾਲ ਸਿੰਘ ਲਾਲਪੁਰਾ ਦੀ। ਲਾਲਪੁਰਾ ਨੇ ਪੰਜਾਬ ਸਰਕਾਰ ਤੇ ਇੱਕ ਵੱਡਾ ਇਲਜ਼ਾਮ ਲਗਾਇਆ ਹੈ। ਨਿਊਜ਼ 18 ਤੇ ਬੋਲੇ ਨੇ ਇਕਬਾਲ ਸਿੰਘ ਲਾਲਪੁਰਾ। ਉਹਨਾਂ ਨੇ ਕਿਹਾ ਕਿ ਸਰਕਾਰ ਤੋਂ 1 ਸਾਲ ਤੋਂ ਉਹ ਡੇਟਾ ਮੰਗ ਰਹੇ ਨੇ। ਸਰਕਾਰ ਚਰਚਾ ਬਾਰੇ ਕੋਈ ਵੀ ਆંકੜਾ ਉਹਨਾਂ ਨੂੰ ਪ੍ਰੋਵਾਈਡ ਯਾਨੀ ਕਿ ਮੁਹੱਈਆ ਨਹੀਂ ਕਰਵਾ ਰਹੀ ਹੈ। ਈਸਾਈਆਂ ਦੀਆਂ ਗਤੀਵਿਧੀਆਂ ਬਾਰੇ ਵੀ ਉਹਨਾਂ ਨੂੰ ਕੋਈ ਜੋ ਡੇਟਾ ਨਹੀਂ ਦਿੱਤਾ ਜਾ ਰਿਹਾ। ਸਿੱਖਾਂ ਦੀ ਧਾਰਮਿਕ ਜਥੇਬੰਦੀ ਵੀ ਚੁੱਪ ਹੈ, ਉਹਨਾਂ ਦਾ ਨਿਸ਼ਾਨਾ ਕਿਤੇ ਨਾ ਕਿਤੇ SGPC ਵੱਲ ਹੈ। ਉਹਨਾਂ ਨੇ ਕਿਹਾ ਕਿ ਸਿੱਖਾਂ ਦੀ ਧਾਰਮਿਕ ਜਥੇਬੰਦੀ ਵੀ ਚੁੱਪ ਹੈ। ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਪਰਸਨ ਹਨ ਲਾਲਪੁਰਾ। ਦਰਅਸਲ ਨਿਊਜ਼ 18 ਨਾਲ ਪਿਛਲੇ ਦਿਨ ਉਹਨਾਂ ਨੇ ਖਾਸ ਗੱਲਬਾਤ ਕੀਤੀ ਤੇ ਉਹਨਾਂ ਨੇ ਕਿਹਾ ਕਿ ਸਰਕਾਰ ਤੋਂ ਪਿਛਲੇ 1 ਸਾਲ ਤੋਂ ਡੇਟਾ ਮੰਗ ਰਹੇ ਨੇ। ਸਰਕਾਰ ਚਰਚਾ ਬਾਰੇ ਕੋਈ ਵੀ ਆંકੜਾ ਉਹਨਾਂ ਨੂੰ ਮੁਹੱਈਆ ਨਹੀਂ ਕਰਵਾਈ। ਕਾਬਲੇ ਗੌਰ ਹੈ ਕਿ ਪਿਛਲੇ ਦਿਨ ਵੀ ਇਕਬਾਲ ਸਿੰਘ ਲਾਲਪੁਰਾ ਇੱਕ ਵੱਡਾ ਬਿਆਨ ਆਇਆ ਸੀਗਾ। ਉਹਨਾਂ ਨੇ ਕਿਹਾ ਸੀ ਕਿ ਪੰਜਾਬ ਸਿੱਖਾਂ ਦੀ ਗਿਣਤੀ 63% ਤੋਂ ਘੱਟ ਕੇ 57% ਰਹਿ ਗਈ ਹੈ ਤੇ ਇਸ ਬਾਬਤ ਅਸੀਂ ਕਹਿ ਸਕਦੇ ਪਿਛਲੇ ਦਿਨੀ ਵੀ ਇੱਕ ਕੇਂਦਰ ਸਰਕਾਰ ਨੇ ਹਲਫਨਾਮਾ ਵੀ ਦਾਖਲ ਕੀਤਾ ਸੀਗਾ ਸੁਪਰੀਮ ਕੋਰਟ 'ਚ ਕਿ ਜਬਰੀ ਧਰਮ ਪਰਿਵਰਤਨ ਖਿਲਾਫ ਇੱਕ ਕਾਨੂੰਨ ਲਿਆਉਣ ਦੀ ਤਿਆਰੀ 'ਚ ਵੀ ਹੈ ਤੇ ਕਹਿ ਸਕਦੇ ਹਾਂ ਕਿ ਨਿਊਜ਼ 18 ਤੇ ਇਕਬਾਲ ਸਿੰਘ ਲਾਲਪੁਰਾ ਨੇ ਵੱਡਾ ਬਿਆਨ ਦਿੱਤਾ। ਉਹਨਾਂ ਨੇ ਕਿਹਾ ਕਿ ਸਰਕਾਰ ਤੋਂ 1 ਸਾਲ ਤੋਂ ਡੇਟਾ ਮੰਗ ਰਹੇ ਨੇ। ਜੋ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀਗੀ ਉਹਨਾਂ ਵੱਲੇ ਵੀ ਡੇਟਾ ਮੰਗਿਆ ਸੀਗਾ, ਚੰਨੀ ਸਰਕਾਰ ਵੱਲੇ ਵੀ ਡੇਟਾ ਮੰਗਿਆ ਗਿਆ ਸੀਗਾ ਤੇ ਹੁਣ ਮੌਜੂਦਾ ਸਰਕਾਰ ਵੱਲੇ ਵੀ ਡੇਟਾ ਮੰਗਿਆ ਗਿਆ ਸੀਗਾ, ਪਰ ਡੇਟਾ ਉਹਨਾਂ ਨੂੰ ਮੁਹੱਈਆ ਨਹੀਂ ਕਰਵਾਇਆ ਗਿਆ। ਪਿਛਲੇ 1 ਸਾਲ ਤੋਂ ਮੈਂ ਪੰਜਾਬ ਸਰਕਾਰ ਨੂੰ ਲਗਾਤਾਰ ਲਿਖ ਰਿਹਾ ਹਾਂ ਕਿ ਜਿਹੜਾ ਕ੍ਰਿਸਚੀਅਨ ਮਿਸ਼ਨਰੀਜ਼ ਵੱਲੋਂ ਜਿਹੜੇ ਨਵੇਂ ਚਰਚ ਖੋਲੇ ਗਏ ਆ ਜਾਂ ਕੀ ਇਹਨਾਂ ਦੀ ਐਕਟੀਵਿਟੀ ਹੈ ਇਹਦੇ ਤੇ ਮੈਨੂੰ ਰਿਪੋਰਟ ਭੇਜੋ। ਤੇ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਪੰਜਾਬ ਸਰਕਾਰ ਨੇ ਇਹਦੇ 'ਚ ਕੋਈ ਰਿਪੋਰਟ ਸਾਨੂੰ ਨਹੀਂ ਭੇਜੀ। ਜਿਹੜੀਆਂ ਧਾਰਮਿਕ ਹਸਤੀਆਂ ਜਿਨ੍ਹਾਂ ਤੋਂ ਆਸ ਕੀਤੀ ਜਾਂਦੀ ਹੈ ਕਿ ਉਹਨਾਂ ਨੇ ਕੁਝ ਇਹਦੇ ਤੇ ਐਕਸ਼ਨ ਲੈਣਾ ਹੁੰਦਾ ਹੈ, ਉਹਨਾਂ ਵੱਲੋਂ ਵੀ ਬਹੁਤ ਸਾਰੀਆਂ ਸ਼ਿਕਾਇਤਾਂ ਮੇਰੇ ਦਫ਼ਤਰ ਆਉਂਦੀਆਂ ਨੇ ਫਾਰਵਰਡ ਹੋ ਕੇ ਜੀ। ਜਿਹੜਾ ਇਸੇ ਤਰ੍ਹਾਂ ਹੀ ਉਹ ਲੱਗਦਾ ਨਹੀਂ ਕਿ ਜਿੱਥੇ ਐਕਸ਼ਨ ਹੋਣ ਦੀ ਲੋੜ ਹੈ ਉਹਨਾਂ ਨੂੰ ਕਰਨਾ ਪਏਗਾ, ਕਰਨਾ ਚਾਹੀਦਾ ਹੈ। ਧਰਮ ਪਰਿਵਰਤਨ ਦੇ ਮੁੱਦੇ ਤੇ ਕੇਂਦਰ ਸਰਕਾਰ ਹੁਣ ਸਖਤ ਕਦਮ ਚੁੱਕਣ ਜਾ ਰਹੀ ਹੈ। ਜਬਰਨ ਧਰਮ ਪਰਿਵਰਤਨ ਨੂੰ ਰੋਕਣ ਲਈ ਹੁਣ ਬਾਕਾਇਦਾ ਕਾਨੂੰਨ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ। रमनप्रीत तो रहमान, रहमान तो रोमियो, रोमियो तो रमेश। हुण जबरन नहीं होवेगा। जी हां, केंद्र सरकार वालों सुप्रीम कोर्ट दे विच हलफनामा दाखिल करके इस पासे इशारा कर दिता गया है। केंद्र सरकार वालों दाखिल हलफनामे में जो कुछ कहा गया जेकर उसनूं सौखे तरीके समझिए तां जबरन धर्म परिवर्तन के मामले की गंभीरता केंद्र समझ रहा है। केंद्र इस मामले नूं पूरी गंभीरता नाल लवेगा अते कहा गया है कि जबरन धर्म परिवर्तन नूं रोकण दे लई कदम चुके जाणगे।
ਕੇਂਦਰ ਸਰਕਾਰ ਨੇ ਆਪਣੇ ਹਲਫਨਾਮੇ ਵਿੱਚ ਇਸ ਮੁੱਦੇ ਨੂੰ ਲੈ ਕੇ ਸੂਬਿਆਂ ਦੀ ਭੂਮਿਕਾ ਦਾ ਜ਼ਿਕਰ ਵੀ ਕੀਤਾ ਹੈ। ਕੇਂਦਰ ਸਰਕਾਰ ਨੇ ਆਪਣੇ ਹਲਫਨਾਮੇ ਵਿੱਚ ਕਿਹਾ ਹੈ ਕਿ ਸੂਬਿਆਂ ਦੀ ਭੂਮਿਕਾ ਜਨਤਕ ਵਿਵਸਥਾ ਦੇ ਵਿੱਚ ਕਾਫੀ ਅਹਿਮ ਹੈ। ਕਈ ਸੂਬਿਆਂ ਦੇ ਵਿੱਚ ਇਸ ਸੰਬੰਧੀ ਕਾਨੂੰਨ ਪਹਿਲਾਂ ਤੋਂ ਹੀ ਲਾਗੂ ਹੈ, ਜਿਨ੍ਹਾਂ 'ਚ ਓਡੀਸ਼ਾ, ਮੱਧ ਪ੍ਰਦੇਸ਼, ਗੁਜਰਾਤ, ਛੱਤੀਸਗੜ੍ਹ, ਝਾਰਖੰਡ, ਉੱਤਰਾਖੰਡ, ਯੂਪੀ, ਕਰਨਾਟਕ ਅਤੇ ਹਰਿਆਣਾ ਵਿੱਚ ਕਾਨੂੰਨ ਬਣਿਆ ਹੋਇਆ ਹੈ। ਇਸ ਤੋਂ ਪਹਿਲਾਂ 14 ਨਵੰਬਰ ਨੂੰ ਸੁਪਰੀਮ ਕੋਰਟ ਨੇ ਜ਼ਬਰਨ ਧਰਮ ਪਰਿਵਰਤਨ ਦੇ ਮੁੱਦੇ ਤੇ ਫਿਕਰ ਜ਼ਾਹਿਰ ਕੀਤੀ ਸੀ ਅਤੇ ਕਿਹਾ ਸੀ ਕਿ ਜ਼ਬਰਨ ਧਰਮ ਪਰਿਵਰਤਨ ਦੀ ਸਮੱਸਿਆ ਗੰਭੀਰ ਹੈ ਅਤੇ ਇਹ ਦੇਸ਼ ਦੇ ਵੀ ਖਿਲਾਫ ਹੈ। ਇਹ ਸਾਰੀ ਕਾਰਵਾਈ ਅਸ਼ਵਨੀ ਉਪਾਧਿਆਏ ਵੱਲੋਂ ਦਾਖਲ ਕੀਤੀ ਗਈ ਅਰਜ਼ੀ ਤੇ ਸੁਣਵਾਈ ਦੌਰਾਨ ਹੋਈ ਹੈ। ਉਪਾਧਿਆਏ ਨੇ ਆਪਣੀ ਅਰਜ਼ੀ ਦੇ ਵਿੱਚ ਇਸ ਪੂਰੀ ਕਾਰਵਾਈ ਨੂੰ ਇੱਕ ਧਰਮ ਵਿਸ਼ੇਸ਼ ਦੇ ਲਈ ਖਤਰੇ ਦੀ ਘੰਟੀ ਦੱਸਿਆ ਸੀ। केंद्रीय स्तर पे कानून बनाना बहुत जरूरी है। या तो केंद्र सरकार पार्लियामेंट में एक अलग से कानून बनाए, नहीं तो इंडियन पिनल कोड का जो चैप्टर 15 है, चैप्टर 15 ऑफेंस रिलेटिंग टू रिलीजन, उसको अमेंड करे, उसमें 2 नई धारा छोड़े। जब तक विदेशी फंडिंग नहीं रुकेगी, हवाला की फंडिंग नहीं रुकेगी, FCRA की फंडिंग नहीं रुकेगी और धर्मांतरण कराने वालों की 100% प्रॉपर्टी जब्त करने और 10 से 20 साल की सजा देने के लिए कानून नहीं बनेगा, तब तक धर्मांतरण नहीं रुकेगा। ਇੱਕ ਪਾਸੇ ਅਦਾਲਤੀ ਕਾਰਵਾਈ ਹੈ ਅਤੇ ਦੂਜੇ ਪਾਸੇ ਵੱਖੋ-ਵੱਖ ਫਿਕਰਾਂ ਅਤੇ ਜ਼ਿਕਰਾਂ ਦੀ ਚਰਚਾ ਹੈ। ਮਾਈਨੋਰਟੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਸਿੱਖਾਂ ਦੇ ਵਿੱਚ ਧਰਮ ਪਰਿਵਰਤਨ ਦੇ ਮੁੱਦੇ ਤੇ ਸ਼੍ਰੋਮਣੀ ਕਮੇਟੀ ਨੂੰ ਵੀ ਸਵਾਲਾਂ ਦੇ ਘੇਰੇ ਵਿੱਚ ਖੜਾ ਕਰ ਚੁੱਕੇ ਨੇ। ਮੇਰੇ ਕੋਲ ਗਏ ਇੱਥੋਂ ਦੇ ਨੁਮਾਇੰਦੇ SGPC ਵਾਲੇ, ਮੈਂ ਕ੍ਰਿਸਚੀਅਨਾਂ ਨੂੰ ਵੀ ਬੁਲਾਇਆ, ਪ੍ਰੋਪਰ ਮੀਟਿੰਗ ਹੋਈ। ਕ੍ਰਿਸਚੀਅਨਾਂ ਨੇ ਜੋ ਸਵਾਲ ਕੀਤੇ ਇਹਨਾਂ ਕੋਲ ਜਵਾਬ ਕੋਈ ਨਹੀਂ ਸੀ। ਸੋ ਫਿਕਰ ਤਾਂ ਹਰ ਕੋਈ ਪ੍ਰਗਟਾ ਰਿਹਾ ਹੈ, ਪਰ ਇਸ ਪੂਰੀ ਤਸਵੀਰ ਨੂੰ ਲੈ ਕੇ ਜਿਸ ਤਰੀਕੇ ਦੇ ਐਕਸ਼ਨ ਦਾ ਜ਼ਿਕਰ ਹੋ ਰਿਹਾ ਹੈ, ਉਸ ਦੇ ਵਿੱਚ ਜ਼ਬਰਨ ਅਤੇ ਸਵੈ ਇੱਛਾ ਦੇ ਨਾਲ ਧਰਮ ਪਰਿਵਰਤਨ ਦੇ ਵਿਚਾਲੇ ਫਰਕ ਕਿਵੇਂ ਦੱਸਿਆ ਜਾਵੇਗਾ, ਇਹ ਸਵਾਲ ਬਰਕਰਾਰ ਹੈ। ਮੋਗਾ ਤੋਂ ਦੀਪਕ ਸਿੰਘਲਾ ਦੇ ਨਾਲ ਦਿੱਲੀ ਤੋਂ ਸੁਸ਼ੀਲ ਪਾਂਡੇ ਦੀ ਰਿਪੋਰਟ, ਨਿਊਜ਼ 18 ਪੰਜਾਬ। ਸਿੱਖਾਂ ਦੀ ਆਬਾਦੀ ਘਟਣ ਤੇ ਬੋਲੇ ਨੇ ਗੁਰਦਰਸ਼ਨ ਸਿੰਘ ਢਿੱਲੋਂ। ਦਰਅਸਲ ਸਿੱਖ ਬੁੱਧੀਜੀਵੀ ਨੇ, ਉਹਨਾਂ ਨੇ ਕਿਹਾ ਕਿ ਪੰਜਾਬ ਦੇ ਜ਼ਿਆਦਾ ਲੋਕ ਬਾਹਰ ਜਾ ਰਹੇ ਨੇ, ਨਸ਼ੇ ਕਰਕੇ ਨੌਜਵਾਨ ਬੱਚੇ ਪੈਦਾ ਕਰਨ 'ਚ ਕਾਬਲ ਨਹੀਂ ਰਹੇ ਨੇ। ਯੂਪੀ ਬਿਹਾਰ ਦੇ ਲੋਕਾਂ ਦੀ ਪੰਜਾਬ 'ਚ ਆਬਾਦੀ ਵੀ ਵਧਣ ਲੱਗੀ ਹੈ। ਦੂਜੇ ਸੂਬਿਆਂ ਤੋਂ ਆਈ ਲੇਬਰ ਨੂੰ ਪੱਕਾ ਨਾ ਕੀਤਾ ਜਾਵੇ ਤੇ ਬੁੱਧੀਜੀਵੀ ਜੋ ਹੈ ਇਹਨਾਂ ਦਾ ਇਤਰਾਜ਼ ਹੈ। ਉਹ ਕਹਿ ਰਹੇ ਕਿ ਨਾ ਸੰਭਲੇ ਤਾਂ ਪੰਜਾਬ 'ਚ ਸਿੱਖ ਤੇ ਪੰਜਾਬ ਘੱਟ ਗਿਣਤੀ ਹੋ ਜਾਣਗੇ। ਸਿੱਖ ਬੁੱਧੀਜੀਵੀ ਹਨ ਗੁਰਦਰਸ਼ਨ ਸਿੰਘ ਢਿੱਲੋਂ ਤੇ ਜ਼ਿਕਰਯੋਗ ਹੈ ਕਿ ਸਿੱਖਾਂ ਦੀ ਜੋ ਘੱਟ ਗਿਣਤੀ ਹੋਣ ਤੇ ਚਿੰਤਾ ਜ਼ਾਹਰ ਕਰ ਰਹੇ। ਉਹਨਾਂ ਨੇ ਕਿਹਾ ਕਿ ਨਸ਼ੇ ਕਰਕੇ ਨੌਜਵਾਨ ਬੱਚੇ ਪੈਦਾ ਕਰਨ 'ਚ ਕਾਬਲ ਨਹੀਂ ਰਹੇ ਹਨ। ਯੂਪੀ ਬਿਹਾਰ ਦੇ ਲੋਕਾਂ ਦੀ ਪੰਜਾਬ 'ਚ ਆਬਾਦੀ ਵਧਣ ਲੱਗੀ ਹੈ। ਦੂਜੇ ਸੂਬਿਆਂ ਤੋਂ ਆਈ ਲੇਬਰ ਨੂੰ ਪੱਕਾ ਨਾ ਕੀਤਾ ਜਾਵੇ, ਕਿਤੇ ਨਾ ਕਿਤੇ ਚਿੰਤਾ ਜ਼ਾਹਰ ਕਰਦੇ ਨਜ਼ਰ ਆ ਰਹੇ ਨੇ ਸਿੱਖ ਬੁੱਧੀਜੀਵੀ ਗੁਰਦਰਸ਼ਨ ਸਿੰਘ ਢਿੱਲੋਂ। ਉਹਨਾਂ ਨੇ ਨਿਊਜ਼ 18 ਨਾਲ ਖਾਸ ਗੱਲਬਾਤ ਕੀਤੀ ਤੇ ਉਦੋਂ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਜ਼ਿਆਦਾ ਲੋਕ ਬਾਹਰ ਜਾ ਰਹੇ ਹਨ, ਨਸ਼ੇ ਕਰਕੇ ਨੌਜਵਾਨ ਬੱਚੇ ਪੈਦਾ ਕਰਨ 'ਚ ਅਸਮਰਥ ਹਨ ਤੇ ਯੂਪੀ ਬਿਹਾਰ ਦੇ ਲੋਕਾਂ ਦੀ ਪੰਜਾਬ 'ਚ ਆਬਾਦੀ ਵਧਣ ਲੱਗੀ ਹੈ। ਜੇ ਆਹੀ ਸਿਲਸਿਲਾ ਜਾਰੀ ਰਿਹਾ ਤੇ ਨਾ ਸੰਭਲੇ ਤਾਂ ਪੰਜਾਬ 'ਚ ਸਿੱਖ ਤੇ ਪੰਜਾਬੀ ਘੱਟ ਗਿਣਤੀ ਹੋ ਜਾਣਗੇ। ਵੀ ਸਿੱਖਾਂ ਦੀ ਆਬਾਦੀ ਘਟਣ ਲੱਗੀ ਹੈ। ਇਹ ਸਵਾਲ ਇਸ ਲਈ ਕਿਉਂਕਿ ਕੇਂਦਰੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਇੱਕ ਬਿਆਨ ਦਿੱਤਾ ਕਿ ਪੰਜਾਬ ਦੇ ਵਿੱਚ ਸਿੱਖਾਂ ਦੀ ਆਬਾਦੀ ਘਟਣ ਲੱਗੀ ਹੈ। ਜੇ ਵਾਕਈ ਇਹ ਸਵਾਲ ਸਹੀ ਹੈ ਤੇ ਜੇ ਵਾਕਈ ਆਬਾਦੀ ਘਟਣ ਲੱਗੀ ਹੈ ਤਾਂ ਇਹਦੇ ਪਿੱਛੇ ਕੀ ਕਾਰਨ ਨੇ, ਤਾਂ ਚਿੰਤਾ ਦਾ ਵਿਸ਼ਾ ਹੈ। ਸਾਡੇ ਨਾਲ ਸਿੱਖ ਬੁੱਧੀਜੀਵੀ ਨੇ ਗੁਰਦਰਸ਼ਨ ਸਿੰਘ ਢਿੱਲੋਂ, ਚਿੰਤਕ ਨੇ, ਲਗਾਤਾਰ ਸਿੱਖ ਮਸਲਿਆਂ ਤੇ ਚਰਚਾ ਕਰਦੇ ਨੇ। ਢਿੱਲੋਂ ਸਾਹਿਬ, ਜਿਸ ਤਰ੍ਹਾਂ ਦਾ ਸਵਾਲ ਖੜਾ ਹੋਇਆ, ਪਹਿਲਾਂ ਤਾਂ ਇਹ ਕਿ ਇਕਬਾਲ ਸਿੰਘ ਲਾਲਪੁਰਾ ਹੋਰਾਂ ਦੇ ਇਸ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਪੰਜਾਬ 'ਚ ਵੀ ਸਿੱਖਾਂ ਦੀ ਆਬਾਦੀ ਘਟਣ ਲੱਗ ਗਈ? ਜਿੱਥੇ 63% ਕਹਿੰਦੇ ਆਬਾਦੀ ਸੀ ਸਿੱਖਾਂ ਦੀ, ਉੱਥੇ 57% ਰਹੇਗੀ। ਜੇ ਪੰਜਾਬ 'ਚ ਸਾਡੀ ਇਹ ਹਾਲਤ ਹੋ ਜੂਗੀ ਤਾਂ ਅਸੀਂ ਬਾਹਰ ਦੁਨੀਆ ਦੇ ਵਿੱਚ ਕਿੱਥੇ ਦੇਖਾਂਗੇ? 57% ਤਾਂ ਨਹੀਂ ਰਹੀ, ਮੇਰਾ ਆਪਣਾ ਅੰਦਾਜ਼ਾ ਹੈਗਾ। ਜਿਹੜੀਆਂ ਲਾਸਟ ਸੈਂਸਸ ਫਿਗਰਸ ਹੈਗੀਆਂ ਉਹ ਸ਼ੋ ਕਰਦੀਆਂ 62-63 ਦੇ ਰਾਉਂਡ ਅਬਾਊਟ। ਪਰ ਡਿਸਾਈਡਡਲੀ ਜਿਹੜੀ ਪ੍ਰੋਪੋਰਸ਼ਨ ਆਫ ਪਾਪੂਲੇਸ਼ਨ ਦੀ ਇਨਕਰੀਜ਼ ਆ ਦੂਸਰੀਆਂ ਕਮਿਊਨਿਟੀਜ਼ ਦੇ ਕੰਪੈਰੀਟਿਵਲੀ ਘੱਟ ਆ ਪੰਜਾਬ ਦੇ ਸਿੱਖਾਂ ਦੀ, ਖਾਸ ਤੌਰ ਤੇ ਸਿੱਖ ਕਮਿਊਨਿਟੀ ਦੀ। ਉਹਦੇ 2 ਵੱਡੇ ਕਾਰਨ ਆ ਮੇਰੀ ਸਮਝ ਦੇ ਵਿੱਚ। ਇੱਕ ਤਾਂ ਬੜੀ ਮੈਸਿਵ ਮਾਈਗ੍ਰੇਸ਼ਨ ਹੋ ਰਹੀ ਹੈ ਬਾਹਰ। ਦੂਸਰਾ ਕਾਰਨ ਆ ਕਿ ਮਾਈਗ੍ਰੇਟਰੀ ਜਿਹੜੇ ਪਾਪੂਲੇਸ਼ਨ ਆ ਬਿਹਾਰ ਤੋਂ, ਦੂਸਰੇ ਪਾਸੇ ਯੂਪੀ ਤੋਂ, ਇਹਨਾਂ ਸਾਈਡਸ ਤੋਂ ਆ ਕੇ ਲੋਕ ਇੱਥੇ ਸੈਟਲ ਹੋ ਰਹੇ ਆ। ਤੁਹਾਡਾ ਦੇਸੀ ਜਿਹੇ ਤਰੀਕੇ ਨਾਲ ਅਗਰ ਆਪਾਂ ਦਰਸ਼ਕਾਂ ਨੂੰ ਸਮਝਾਈਏ ਕਿ ਸਾਡੀ ਆਬਾਦੀ ਬਾਹਰ ਨੂੰ ਜਾ ਰਹੀ ਹੈ, ਬਾਹਰਲੀ ਆਬਾਦੀ ਪੰਜਾਬ 'ਚ ਆ ਰਹੀ ਹੈ,
ਤੇ ਉਹਦੇ ਕਰਕੇ ਜਿਹੜਾ ਉਹ ਪਰਸੈਂਟੇਜ ਆ ਵੱਧ ਘਟ ਹੋ ਰਹੀ ਹੈ। ਇੱਕ ਫੈਕਟਰ ਇਹ ਫੈਕਟਰ ਇੰਪੋਰਟੈਂਟ ਫੈਕਟਰ ਹੈ। ਦੂਸਰਾ ਇੰਪੋਰਟੈਂਟ ਫੈਕਟਰ ਹੈ ਡਰੱਗਿਜ਼ਮ। ਜਿਹੜਾ ਡਰੱਗ ਹੈ ਉਹ ਮਤਲਬ ਰੀਪਰੋਡਕਟਿਵ ਸਿਸਟਮ ਹੈ ਆਦਮੀ ਦਾ ਜਾਂ ਔਰਤਾਂ ਦਾ, ਉਹ ਖਤਮ ਕਰ ਦਿੰਦਾ ਆਲਮੋਸਟ। ਉਹ ਐਕਚੁਅਲੀ ਮਤਲਬ ਇੰਪੋਰਟੈਂਟ ਹੋ ਜਾਂਦੇ ਹੈ। ਜੇ ਆਦਮੀ ਡਰੱਗਿਜ਼ਮ ਚ ਤਾਂ ਇੰਪੋਰਟੈਂਟ ਹੋ ਗਿਆ। ਜੇ ਲੜਕੀ ਕੋਈ ਡਰੱਗ ਖਾਂਦੀ, ਅੱਜ ਕੱਲ ਤਾਂ ਮੈਂ ਜੋ ਅਖਬਾਰਾਂ 'ਚ ਪੜ੍ਹਦਾ ਉਹਦੇ 'ਚ ਕੁੜੀਆਂ ਵੀ ਮਤਲਬ ਡਰੱਗਿਜ਼ਮ 'ਚ ਬਹੁਤ ਜ਼ਿਆਦਾ ਪੈ ਚੁੱਕੀਆਂ ਪੰਜਾਬ ਦੇ ਵਿੱਚ, ਤਾਂ ਉਹ ਵੀ ਇੰਪੋਰਟੈਂਟ ਹੋ ਜਾਂਦੀਆਂ। ਯਾਨੀ ਉਹ ਬੱਚਾ ਚਾਹੇ ਬੱਚੀ ਹੈ, ਉਹ ਅੱਗੇ ਆਪਣੀ ਔਲਾਦ ਹੀ ਨਹੀਂ ਪੈਦਾ ਕਰ ਪਾ ਰਹੇ। ਔਲਾਦ ਪੈਦਾ ਕਰਨ ਦੀ ਉਹਨਾਂ ਕੋਲ ਪੋਟੈਂਸੀ ਰਹਿੰਦੀ ਹੋਈ ਨਹੀਂ। ਡਰੱਗਿਜ਼ਮ ਦੇ ਵਿੱਚ ਜਦੋਂ ਬੰਦਾ ਡਰੱਗਿਜ਼ਮ 'ਚ ਰਹਿ ਗਿਆ ਤਾਂ ਉਹ ਕਿਸੇ ਗੱਲ ਦਾ, ਕਿਸੇ ਕੰਮ ਦਾ ਰਹਿੰਦਾ ਹੀ ਨਹੀਂ। ਡਰੱਗ ਖਾ ਲਈ, ਮੰਜੇ ਤੇ ਗਿਰ ਗਿਆ, ਜਦੋਂ ਸੁਰਤ ਆਈ ਫੇਰ ਡਰੱਗ ਖਾ ਲਈ, ਫੇਰ ਮੰਜੇ ਤੇ ਗਿਰ ਗਿਆ, ਤਾਂ ਉਹਦੀ ਤੇ ਵਿਚਾਰੇ ਦੀ ਸੁੱਤ ਬੁੱਧ ਸੁਰਤ ਸਾਰੀ ਖਤਮ ਹੋ ਜਾਂਦੀ ਹੈ।